ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋਮੀਆਂ ਤੇਰੀ ਕਮਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ में रहो रजाई। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ ਸਾਸ ਪ੍ਰਤ ਪਾਲੇ। ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ। ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰੂ ਨੇ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਬੱਚਿਆਂ ਵੱਲੋਂ ਸਤਿਗੁਰੂ ਨੇ ਸੰਪੂਰਨਤਾ ਕਰਾਈ ਹੈ। ਗੁਰੂ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਜੋ ਸਤਿਗੁਰੂ ਨੇ ਨਿਰਵਿਘਨਤਾ ਸਾਹਿਬ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਦੀ ਸੇਵਾ ਲਈ ਹੈ। ਤੋ ਸਾਧ ਸੰਗਤ ਆਓ ਕੁਝ ਸਮਾਂ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਜੋ ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਮੇਰੇ ਸੱਚੇ ਪਿਤਾ ਜਿਨ੍ਹਾਂ ਨੇ ਸ਼ਬਦ ਉਚਾਰਨ ਕੀਤਾ ਹੈ, ਗੁਰੂ ਮਹਾਰਾਜ ਕਿਰਪਾ ਕਰਨ ਸੀਸ ਤੇ ਮੇਰ ਭਰਿਆ ਹੱਥ ਰੱਖਣ। ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਤਿਗੁਰੂ ਆਪ ਰਸਨਾ ਤੇ ਬੈਠਣ ਆਪਣੀ ਸੇਵਾ ਬੱਚੇ ਪਾਸੋਂ ਆਪ ਕਰਾਉਣ। ਮਨ ਬਿਰਤੀ ਇਕਾਗਰ ਕਰੀਏ। ਮਨ ਦੀ ਗਹਿਰਾਈਆਂ ਵਿੱਚੋਂ ਸਾਰੇ ਮਾਈ ਭਾਈ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੀ ਮਹਲਾ ਪੰਜਵਾਂ। ਇਹ ਰਾਗ ਧਨਾਸਰੀ ਹੈ ਤੇ ਮਹਿਲਾ ਵੈਸੇ ਮਹਿਲ ਤੋਂ ਇਹ ਅੱਖਰ ਆਇਆ ਹੈ। ਮਹਿਲ ਵਿੱਚ ਰਹਿਣ ਵਾਲੀ ਨਾਰੀ ਔਰਤ ਕਹਿ ਲਓ। ਸਤਿਗੁਰੂ ਨੇ ਇੱਥੇ ਮਹਿਲ ਤੋਂ ਭਾਵ ਰੱਖਿਆ ਹੈ ਆਪਣਾ ਸਰੀਰ। ਵੈਸੇ ਆਮ ਤੌਰ 'ਤੇ ਅਸੀਂ ਕੁਝ ਗਲਤ ਵੀ ਉਚਾਰਨ ਕਰਨੇ ਆ। ਅਕਸਰ ਅਸੀਂ ਮਹੱਲਾ ਕਹਿੰਦੇ ਹਾਂ, ਦਰਅਸਲ ਮਹਿਲਾ ਹੈ। ਤੇ ਧਨਾਸਰੀ ਪੜ੍ਹ ਕੇ ਫਿਰ ਮਹੱਲੇ 'ਤੇ ਰੁਕਣਾ ਹੈ। ਧਨਾਸਰੀ ਮਹੱਲਾ ਪੰਜਵਾਂ।
ਪੰਜਵੇਂ ਤੋਂ ਭਾਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਬਾਣੀ ਸਤਿਗੁਰੂ ਨੇ ਆਪਣੀ ਮੁਖਾਰ ਬਿੰਦ ਤੋਂ ਉਚਾਰੀ ਹੈ। ਤੋ ਸਤਿਗੁਰੂ ਮਹਾਰਾਜ ਆਰੰਭਤਾ ਦੇ ਵਿੱਚ ਸਾਡੀ ਕੀ ਝੋਲੀ ਵਿੱਚ ਬਖਸ਼ਿਸ਼ ਪਾ ਰਹੇ ਹਨ ਕਿ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਔਖੀ ਘੜੀ ਨਾ ਦੇਖਣ ਦੇਈ, ਇੱਥੇ ਦੇਈ ਨਹੀਂ ਪੜ੍ਹਨਾ। ਅਕਸਰ ਪੜ੍ਹਨ ਵਿੱਚ ਅਸੀਂ ਥੋੜ੍ਹਾ ਮੁਕਾਲਤਾ ਲੱਗਦਾ ਹੈ ਔਰ ਇਹਦੇ ਅਰਥ ਚੇਂਜ ਹੋ ਜਾਂਦੇ ਨੇ। ਜੇ ਤੇ ਅਸੀਂ ਦੇਈ ਪੜ੍ਹਾਂਗੇ ਅਰਥ ਦਾ ਫਿਰ ਅਨਰਥ ਹੋ ਜਾਏਗਾ ਕਿ ਫਿਰ ਅਸੀਂ ਪਰਮਾਤਮਾ ਤੇਰੇ ਅੱਗੇ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਤੂੰ ਔਖੀ ਘੜੀ ਨਾ ਦੇਖਣ ਦੇਈ। ਨਹੀਂ ਸਾਧ ਸੰਗਤ, ਪੜ੍ਹਨ ਵਕਤ ਧਿਆਨ ਦੇਣਾ ਹੈ। ਇਹ ਗੁਰੂ ਮਹਾਰਾਜ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਇੱਥੇ ਦੇਈ ਕਹਿ ਰਹੇ ਨੇ, ਭਾਵ ਕਿ ਔਖੀ ਘੜੀ ਨਾ ਦੇਖਣ ਦੇਈ। ਮੇਰੇ ਪਿਆਰਿਆਂ ਨੂੰ, ਮੇਰੇ ਸੇਵਕਾਂ ਨੂੰ ਕਦੀ ਵੀ ਔਖੀ ਘੜੀ ਨਾ ਦੇਖਣ ਦੇਈ। ਕਰਨਾ ਕੀ ਹੈ ਮਹਾਰਾਜ? ਆਪਣਾ ਬਿਰਦ ਸੰਭਾਲੇ। ਆਪਣਾ ਹੈ ਪਰਮਾਤਮਾ ਬਿਰਦ, ਸੁਭਾਵ ਕਹਿ ਲਓ, ਮੁੱਢ ਕਰੀਮਾਂ ਤੋਂ ਜਿਹੜਾ ਉਸ ਦਾ ਸੁਭਾਵ ਹੈ, ਸੁਭਾਵ ਕਹਿ ਲਓ, ਆਦਤ ਕਹਿ ਲਓ, ਜੋ ਨੇਚਰ ਹੈ, ਉਸ ਨੂੰ ਪਰਮਾਤਮਾ ਤੁਸੀਂ ਯਾਦ ਰੱਖ ਕੇ ਆਪਣੇ ਸੇਵਕਾਂ ਨੂੰ ਕਦੀ ਵੀ ਔਖੀ ਘੜੀ ਨਾ ਦੇਖਣ ਦੇਈ। ਬਸ ਇਹ ਤਰਲਾ ਦੇਖੋ ਗੁਰੂ ਸਾਹਿਬ ਸਾਡੇ ਵਾਸਤੇ ਕਹਿ ਰਹੇ ਹਨ ਕਿ ਪਰਮਾਤਮਾ ਤੂੰ ਕਦੀ ਵੀ ਪਿਆਰਿਆਂ ਨੂੰ ਦੁੱਖ ਨਾ ਦੇਈ। ਇੱਥੇ ਮੈਂ ਇਹ ਗੱਲ ਕਰਾਂਗਾ, ਜਦੋਂ ਵੀ ਦੁੱਖ ਦੀ ਗੱਲ ਆਉਂਦੀ ਹੈ ਸਾਡਾ ਖਿਆਲ, ਅਸੀਂ ਦੁੱਖ ਕਿਹਨੂੰ ਸਮਝਨੇ ਆ? ਘਰ ਦੇ ਕਲੇਸ਼ ਨੂੰ? ਬੱਚੇ ਕਹਿਣੇ ਵਿੱਚ ਨਹੀਂ ਨੇ, ਮਾਇਆ ਦੀ ਘਾਟ ਹੈ, ਜਾਂ ਕਰਜ਼ੇ ਹਨ, ਜਾਂ ਪਰਿਵਾਰ ਵਿੱਚ ਔਲਾਦ ਨਹੀਂ ਹੈ। ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੁੱਖ ਸਮਝਨੇ ਆ। ਦਰਅਸਲ ਅਸੀਂ ਦੁੱਖ ਦੀ ਡੈਫੀਨੇਸ਼ਨ ਹੀ ਗਲਤ ਕੱਢੀ ਹੈ। ਇਹ ਦੁੱਖ ਨਹੀਂ ਨੇ। ਫਿਰ ਧਿਆਨ ਦੇਣਾ, ਸਾਡੀ ਸੋਚ ਮੁਤਾਬਕ ਅਸੀਂ ਦੁੱਖ ਸਮਝਨੇ ਆ ਜਿਹੜੇ ਘਰੇਲੂ, ਜਿਹਦੇ ਕਰਕੇ ਸਾਡੀ ਮਾਨਸਿਕਤਾ ਵੀ ਟਿਕਾਓ ਵਿੱਚ ਨਹੀਂ ਹੁੰਦੀ। ਇਹ ਦੁੱਖ ਨਹੀਂ ਨੇ। ਦੁੱਖ ਤੇ ਇੱਕ ਚੈਲੰਜ ਹੈ। ਦੇਖੋ, ਦੁੱਖ ਨਾ ਚੈਲੰਜ ਹੈ ਇੱਕ ਸਾਡੇ ਸਭ ਵਾਸਤੇ। ਅਸੀਂ ਚੈਲੰਜ ਨੂੰ ਸਵੀਕਾਰ ਕਰਨਾ ਹੈ। ਅਸੀਂ ਭਾਈ ਸਾਹਿਬ ਕੋਲ ਅਰਦਾਸ ਕਰਨੇ ਆ, ਮਹਾਰਾਜ ਕਿਰਪਾ ਕਰਨ ਸਾਡੇ ਤੇ ਕਿ ਸਾਨੂੰ ਦੁੱਖ ਨਾ ਆਉਣ। ਇਹੋ ਕਰੀ ਦੀ ਨਾ ਅਰਦਾਸ। ਜਾਂ ਕਿਸੇ ਨੇ ਭਾਈ ਸਾਹਿਬ ਨੂੰ ਇਹ ਕਿਹਾ ਹੋਵੇ ਕਿ ਮੈਨੂੰ ਸੁੱਖ ਨਹੀਂ ਦੁੱਖ ਚਾਹੀਦੇ ਨੇ। ਇਹ ਤੇ ਸੰਸਾਰ ਵਿੱਚ ਇੱਕੋ ਹੀ ਬੀਬੀ ਹੋਈ ਹੈ, ਉਹ ਬੀਬੀ ਕੁੰਤੀ, ਜਿਹਨੇ ਪਰਮਾਤਮਾ ਕੋਲੋਂ ਦੁੱਖ ਮੰਗਿਆ ਕਿ ਮੈਨੂੰ ਦੁੱਖ ਚਾਹੀਦਾ। ਕੌਣ ਮੰਗਦਾ ਦੁੱਖ? ਕਿਉਂਕਿ ਦੁੱਖ ਵਿੱਚ ਹੀ ਪਰਮਾਤਮਾ ਚੇਤੇ ਆਉਂਦਾ। ਦੁੱਖ ਇੱਕ ਚੈਲੰਜ ਹੈ। ਦੇਖੋ, ਜਿਸ ਬੱਚੇ ਨੂੰ ਚੈਲੰਜ ਹੋਏਗਾ ਨਾ, ਐਗਜ਼ਾਮ ਉਹੀ ਦੇਗਾ। ਐਗਜ਼ਾਮ ਕੀ ਨੇ? ਚੈਲੰਜ ਹੈ। ਤੁਸੀਂ ਪੜ੍ਹਦੇ ਹੋ ਸਾਰਾ ਸਾਲ, ਫਿਰ ਚੈਲੰਜ ਹੁੰਦਾ ਹੈ, ਐਗਜ਼ਾਮ ਹੁੰਦਾ ਹੈ ਤੁਹਾਡੇ ਵਾਸਤੇ। ਫਿਰ ਜਿਹੜਾ ਬੱਚਾ ਉਸ ਐਗਜ਼ਾਮ ਵਿੱਚ ਕਲੀਅਰ ਹੋ ਜਾਂਦਾ ਹੈ, ਉਹ ਅਗਲੀ ਕਲਾਸ ਵਿੱਚ ਚਲਾ ਜਾਂਦਾ ਹੈ। ਦੁੱਖ ਵੀ ਜ਼ਿੰਦਗੀ ਦੇ ਵਿੱਚ ਇੱਕ ਚੈਲੰਜ ਦਾ ਹੈ, ਚੈਲੰਜ ਹੈ ਜੋ ਸਾਨੂੰ ਸਵੀਕਾਰ ਕਰਨਾ ਪਵੇਗਾ। ਦੁੱਖ ਸੁੱਖ ਦੋਏ ਦਰ ਕੱਪੜੇ,
ਪਹਿਰੇ ਜਾਏ ਮਨੁੱਖ। ਇਹ ਤੇ ਜਿਸ ਤਰ੍ਹਾਂ ਅਸੀਂ ਰੋਜ਼ ਕੱਪੜੇ ਬਦਲੀ ਦੇ ਨੇ ਨਾ, ਇਸ ਤਰ੍ਹਾਂ ਦੁੱਖ ਤੇ ਸੁੱਖ ਵੀ ਰੋਜ਼ ਆਣੇ ਹੀ ਆਣੇ ਨੇ। ਹੁਣ ਇਹ ਰਾਤ ਪੈ ਰਹੀ ਹੈ ਨਾ, ਦਿਨ ਛੁਪ ਰਿਹਾ, ਇਸੇ ਤਰ੍ਹਾਂ ਸਵੇਰ ਚੜ੍ਹ ਜਾਣੀ ਹੈ, ਸਵੇਰ ਤੋਂ ਬਾਅਦ ਰਾਤ ਆ ਜਾਣੀ ਹੈ। ਇਸੇ ਤਰ੍ਹਾਂ ਇਹ ਸਭ ਚੀਜ਼ਾਂ ਨਾਲ ਦੇ ਨਾਲ ਚਲਦੀਆਂ ਰਹਿਣਗੀਆਂ। ਪਰ ਦੁੱਖ ਤੇ ਸਾਡੇ ਨਾਲ ਆਉਣੇ ਹੀ ਆਉਣੇ ਨੇ। ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾ ਹੀ ਜਾਏ। ਇਹ ਸਭ ਉਹਦੀ ਆਗਿਆ ਦੇ ਵਿੱਚ ਚੱਲਣੀ ਹੈ। ਤੂੰ ਕਹੇ ਕਿ ਦੁੱਖ ਨਾ ਆਵੇ, ਇਹ ਨਹੀਂ ਹੋ ਸਕਦਾ। ਇਹ ਰੱਬ ਨੇ ਇੱਕ ਜੋੜੇ ਬਣਾ ਰੱਖੇ ਨੇ, ਦੁੱਖ ਸੁੱਖ, ਮੀਆਂ ਬੀਬੀ, ਇਹ ਸਭ ਇੱਕ ਜੋੜੇ ਬਣੇ ਹੋਏ ਨੇ ਜੋ ਆਣੇ ਹੀ ਆਣੇ ਨੇ। ਪਰ ਗੁਰੂ ਸਾਹਿਬ ਦੇਖੋ ਸਾਨੂੰ ਇੱਥੇ ਕਿਸ ਤਰ੍ਹਾਂ ਦੇ ਦੁੱਖ ਕਹਿ ਰਹੇ ਨੇ ਕਿ ਉਹਨੂੰ ਔਖੀ ਘੜੀ ਨਾ ਦੇਖਣੀ ਪਵੇ। ਦੁੱਖ ਗੁਰਬਾਣੀ ਪਤਾ ਕਿਹਨੂੰ ਮੰਨਦੀ ਹੈ? ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਉਦੋਂ ਵੇ ਜਦੋਂ ਪਰਮਾਤਮਾ ਸਾਡੇ ਤੋਂ ਵਿਸਰ ਜਾਂਦਾ ਹੈ। ਫਿਰ ਧਿਆਨ ਦੇਣਾ, ਅਸੀਂ ਦੁੱਖ ਸਮਝਦੇ ਹਾਂ ਕਿ ਮਾਇਆ ਦੀ ਘਾਟ ਹੈ, ਉਹ ਦੁੱਖ ਹੈ, ਪਰਮਾਤਮਾ ਦੁੱਖ ਦੂਰ ਕਰ ਦਿਓ। ਦਰਅਸਲ ਉਹ ਸਾਰੇ ਹੀ ਦੁੱਖ ਨੇ ਜਿਹੜੇ ਅਸੀਂ ਮੰਗ ਰਹੇ ਹਾਂ। ਦੁੱਖ ਤੇ ਕੋਈ ਵੀ ਨਹੀਂ ਮੰਗਦਾ, ਪਰ ਅਸਲ ਵਿੱਚ ਅਸੀਂ ਦੁੱਖ ਨੂੰ ਪਹਿਚਾਨ ਨਹੀਂ ਪਾਏ। ਦੁੱਖ ਹੈ ਜਦੋਂ ਪਰਮਾਤਮਾ ਸਾਡੇ ਤੋਂ ਵਿਸਰ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਘਰ ਬੈਠੇ ਸਨ, ਮਾਤਾ ਤ੍ਰਿਪਤਾ ਆਈ, ਕਹਿਣ ਲੱਗੀ ਨਾਨਕ 2 ਰਾਤਾਂ ਤੇ 3 ਦਿਨ ਹੋ ਗਏ ਨੇ, ਮੁਖ ਤੇ ਤੂੰ ਕੁਛ ਲਾਇਆ ਨਹੀਂ ਨਾਨਕ। ਔਰ ਹਰ ਇੱਕ ਮਾਂ ਦੀ ਇੱਕ ਆਂਦਰਾਂ ਹੁੰਦੀਆਂ ਨੇ ਬੱਚੇ। ਤੁਸੀਂ ਵੀ ਬੱਚਿਆਂ ਵਾਲੇ ਹੋ। ਅਗਰ ਬੱਚਾ ਇੱਕ ਦਿਨ ਕੁਝ ਖਾਣਾ ਨਾ ਖਾਏ ਤੇ ਮੈਂ ਨਹੀਂ ਸਮਝਦਾ ਮਾਂ ਦੇ ਸੰਗੇ ਵਿੱਚੋਂ, ਗਲੇ ਵਿੱਚੋਂ ਉਹਨੂੰ ਗਰਾਈ ਨਿਕਲਦੀ ਹੋਵੇ। ਨਾਨਕ 2 ਰਾਤਾਂ ਤੇ 3 ਦਿਨ ਹੋ ਗਏ ਨੇ, ਤੂੰ ਮੁਖ ਤੇ ਕੋਈ ਭੋਜਨ ਨਹੀਂ ਲਾ ਰਿਹਾ। ਮੇਰਾ ਚਿੱਤ ਕਰਦਾ ਤੂੰ ਕੁਛ ਲਾ ਲੈ, ਕਿਉਂ ਨਹੀਂ ਲਾਂਦਾ? ਕਿਆ ਸੁੰਦਰ ਜਵਾਬ ਸੀ ਗੁਰੂ ਨਾਨਕ ਮੇਰੇ ਸੱਚੇ ਪਿਤਾ ਦਾ। ਕਹਿਣ ਲੱਗੇ ਮਾਤਾ ਮੈਂ ਕੀ ਕਰਾਂ, ਜਦੋਂ ਮੈਂ ਪਰਮਾਤਮਾ ਦਾ ਨਾਮ ਨੂੰ ਭੁਲਾਨਾ ਵਾਂ ਨਾ ਤੇ ਮੇਰੀ ਮੌਤ ਹੋ ਜਾਂਦੀ ਹੈ। ਆਪਣੇ ਆਪਣੇ ਮਨ ਨੂੰ ਵੀ ਅਸੀਂ ਪੱਤਰੀ ਨੂੰ ਵਾਚੀਏ, ਕਿਤਨਾ ਸਮਾਂ ਹੋ ਜਾਂਦਾ ਹੈ, ਅਸੀਂ ਪਰਮਾਤਮਾ ਤੋਂ ਕਿੰਨਾ ਚਿਰ ਦੂਰ ਹੋ ਜਾਂਦੇ ਹਾਂ। ਸਵੇਰੇ ਨਿਤਨੇਮ ਕੀਤਾ, ਗੁਟਕਾ ਸਾਹਿਬ ਨੂੰ ਬੰਦ ਕੀਤਾ, ਚੰਗਾ ਬਾਬਾ ਜੀ ਹੁਣ ਸ਼ਾਮ ਨੂੰ ਮਿਲਾਂਗੇ ਸੋਦਰ ਦੇ ਸਮੇਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਾਤਾ ਜੀ ਮੈਂ ਕੀ ਕਰਾਂ, ਜਦ ਤੱਕ ਤੇ ਮੈਂ ਵਾਹਿਗੁਰੂ ਨੂੰ ਜਪਦਾ ਰਹਿਣਾ ਤੇ ਮੇਰਾ ਜੀਵਨ ਹੈ, ਤੇ ਜਦੋਂ ਮੈਂ ਵਿਸਰ ਜਾਂਦਾ ਹੈ ਮੇਰੇ ਤੋਂ ਤਾਂ ਮੇਰੀ ਆਤਮਿਕ ਮੌਤ ਹੁੰਦੀ ਹੈ। ਸਾਡੀ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਅਸੀਂ ਰੋਜ਼ ਮਰਦੇ ਪਏ ਹਾਂ। ਗੁਰੂ ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਓ। ਜਦ ਮੈਂ ਆਖਣਾ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਮੈਨੂੰ ਜੀਵਨ ਮਿਲ ਰਿਹਾ, ਤੇ ਜਦ ਮੈਂ ਤੈਨੂੰ ਵਿਸਾਰਨਾ ਵਾ ਤੇ ਮੈਨੂੰ ਇੰਝ ਲੱਗਦਾ ਮੇਰੀ ਮੌਤ ਹੋ ਜਾਂਦੀ ਹੈ। ਇਹ ਵੇ ਦੁੱਖ। ਅਸੀਂ ਦੁੱਖ ਦੁਨਿਆਵੀ ਚੀਜ਼ਾਂ ਨੂੰ ਘਾਟ ਦੇ ਕਾਰਨ ਅਸੀਂ ਦੁੱਖ ਸਮਝਦੇ ਹਾਂ। ਨਹੀਂ, ਉਹ ਦੁੱਖ ਨਹੀਂ ਹੈ। ਉਹ ਤੇ ਸਾਡੇ ਵਾਸਤੇ ਇੱਕ ਚੈਲੰਜ ਹੈ, ਉਹ ਸਾਨੂੰ ਆਉਣਾ ਹੀ ਆਉਣਾ ਹੈ। ਪਰ ਜਦੋਂ ਤੁਸੀਂ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਓਗੇ ਨਾ, ਤੁਹਾਨੂੰ ਇਹ ਦੁੱਖ ਤੁਹਾਨੂੰ ਆਪਣੇ ਮਿੱਤਰ ਲੱਗਣ ਲੱਗ ਪੈਣਗੇ। ਦੇਖੋ ਭਗਤ ਲੋਕ ਸਨ ਨਾ ਜਿਹੜੇ, ਇਹ ਨਹੀਂ ਕਿ ਦੁੱਖ ਉਹਨਾਂ ਕੋਲ ਨਹੀਂ ਆਉਂਦੇ ਸਨ, ਆਉਂਦੇ ਸਨ। ਮੈਂ ਇੱਕ ਭਗਤ ਦਾ ਜੀਵਨ ਪੜ੍ਹ ਰਿਹਾ ਸੀ। ਉਹ ਘਰ ਦੀ
ਬਾਹਰ ਕਿਵਾੜ ਤੇ ਖੜਾ ਹੋ ਕੇ ਦੁੱਖ ਨੂੰ ਆਵਾਜ਼ ਮਾਰਦਾ ਸੀ, ਦੁੱਖ ਆ ਜਾ। ਕਦੀ ਮਾਰੀ ਕਿਸੇ ਨੇ ਆਵਾਜ਼? ਗੁਰਦੁਆਰੇ ਮੈਂ ਵੀ ਜਾਂਦਾ, ਤੁਸੀਂ ਵੀ ਜਾਂਦੇ ਹੋ, ਕਦੀ ਨਹੀਂ ਮੰਗਿਆ ਰਾ ਪਾਤਸ਼ਾਹ ਮੈਨੂੰ ਇੱਕ ਦੁੱਖ ਦੇ ਵੱਡਾ, ਜਿਹਦੇ ਨਾਲ ਮੈਂ ਹੋਰ ਦੁੱਖ ਚਾਹਨਾ, ਮੈਨੂੰ ਬਹੁਤ ਘੱਟ ਦਿੱਤੇ ਨੇ। ਤੇ ਉਹ ਦੁੱਖ ਨਾ ਦੂਰੋਂ ਵੇਖ ਕੇ ਪਰੇ ਹੋ ਜਾਂਦਾ ਸੀ। ਕਿਉਂ? ਦੁੱਖ ਕਹਿੰਦਾ ਮੈਂ ਤੇਰੇ ਘਰ ਨਹੀਂ ਆਉਣਾ, ਕਿਉਂਕਿ ਮੈਂ ਜਦੋਂ ਵੀ ਤੇਰੇ ਘਰ ਆਉਣਾ ਵਾਂ ਤੇ ਤੂੰ ਪਰਮਾਤਮਾ ਦੇ ਨਾਮ ਵਿੱਚ ਮਸਤ ਹੋਣਾ ਵੇਂ। ਜਿਹੜੀ ਚੀਜ਼ ਖਾਣਾ ਵੇਂ ਉਹਦੇ ਵਿੱਚ ਵਾਹਿਗੁਰੂ ਦਾ ਨਾਮ ਲੈ ਲੈਣਾ ਤੇ ਮੈਨੂੰ ਤੇ ਕੁਝ ਮਿਲਦਾ ਹੀ ਨਹੀਂ ਹੈ। ਤੇ ਮੈਂ ਤੇਰੇ ਘਰ ਨਹੀਂ ਆਣਾ, ਮੈਨੂੰ ਤੇਰੇ ਘਰੋਂ ਖੁਰਾਕ ਨਹੀਂ ਮਿਲਦੀ। ਸਾਡੇ ਵਰਗਿਆਂ ਦੇ ਘਰ ਦੁੱਖ ਆਉਂਦਾ ਹੈ ਨਾ, ਤੇ ਕੀ ਹੁੰਦਾ ਹੈ? ਅਸੀਂ ਪਰਮਾਤਮਾ ਤੋਂ ਵਿਸਰੇ ਹੁੰਨੇ ਆ। ਭੋਜਨ ਛਕ ਰਹੇ ਹਾਂ, ਮੁੱਖ ਦੇ ਅੰਦਰ ਕਦੀ ਵਾਹਿਗੁਰੂ ਹੀ ਨਹੀਂ ਕਿਹਾ, ਤੇ ਭੋਜਨ ਖਾ ਰਹੇ ਹਾਂ, ਉਹ ਸਾਨੂੰ ਨਹੀਂ, ਉਹ ਸਾਡੇ ਅੰਦਰ ਬੈਠੇ ਭੂਤ ਜਿਹੜੇ ਦੁੱਖ ਨੇ ਉਹਨਾਂ ਨੂੰ ਲੱਗ ਰਿਹਾ ਹੈ। ਮਾਰੇ ਤੇ ਕਹਿੰਦੇ ਜੇ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਦੋਂ ਬੁਰਕੀ ਤੇਰੇ ਮੁੱਖ ਵਿੱਚ ਪੈਣੀ ਹੋਵੇ ਤੇ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਬੋਲ ਦਿਆ ਕਰ, ਕਿਉਂਕਿ ਜਿਹੜੀ ਖੁਰਾਕ ਦੂਜੀ ਜਗ੍ਹਾ ਤੇ ਜਾਣੀ ਹੈ, ਮਾੜੀ ਬਿਰਤੀ ਤੇ ਜਾਣੀ ਹੈ, ਉਹ ਪਰਮਾਤਮਾ ਤੇਰੇ ਸਰੀਰ ਨੂੰ ਲਗਾਏਗੀ। ਤੋ ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਦੁੱਖ ਮੇਰੇ ਸੇਵਕਾਂ ਨੂੰ ਆਵੇ ਨਾ। ਇਹ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹੀ ਦੇ ਨੇ, ਇੱਕ ਪੰਕਤੀ ਆਉਂਦੀ, ਕੇਤਿਆਂ ਦੂਖ ਭੂਖ ਸਦ ਮਾਰ। ਅਸੀਂ ਵੈਸੇ ਗੱਡੀਆਂ 'ਚ ਲਿਖਵਾ ਦਿੰਦੇ ਹਾਂ ਕਿ ਖਾਲੀ ਇਹ ਬੇਦਾਤ ਤੇਰੀ ਦਾਤਾਰ, ਲਿਖਵਾਉਂਦੇ ਹਾਂ ਨਾ ਬਈ ਇਹ ਤੇਰੀ ਦਾਤਾ ਹੈ, ਦਾਤਾਂ ਤੇਰੀਆਂ ਹੀ ਨੇ। ਪਰ ਅਸੀਂ ਕਦੀ ਪਿਛਲੀ ਪੰਕਤੀ ਨੂੰ ਲਿਆ ਹੀ ਨਹੀਂ ਹੈ। ਉਹਦੇ ਵਿੱਚ ਲਿਖਿਆ ਹੁੰਦਾ ਕੇਤਿਆਂ ਦੂਖ ਭੂਖ ਸਦ ਮਾਰ। ਹੇ ਪਰਮਾਤਮਾ, ਇਹ ਜਿੰਨੇ ਵੀ ਦੁੱਖ ਤੇ ਭੁੱਖ ਨੇ, ਜਿਹੜੀ ਮੈਨੂੰ ਮਾਰ ਮਿਲੀ ਹੈ ਨਾ, ਕਈ ਐਸੇ ਵੀ ਨੇ ਬੜੀ ਭੁੱਖ ਦੇ ਨਾਲ ਹੀ ਉਹਨਾਂ ਦੇ ਦੁੱਖ ਹੀ ਇੰਨੇ ਨੇ ਕਿ ਉਹਨਾਂ ਨੂੰ 2 ਵਕਤ ਦੀ ਰੋਟੀ ਨਹੀਂ ਮਿਲਦੀ, ਤੇ ਤਾਂ ਵੀ ਉਹ ਸ਼ੁਕਰਾਨੇ ਵਿੱਚ ਰਹਿੰਦੇ ਨੇ। ਕਹਿੰਦੇ ਨੇ ਇਹ ਬੇਦਾਤ ਤੇਰੀ ਦਾਤਾਰ, ਕਿਉਂਕਿ ਉਹਨਾਂ ਨੇ ਇਹ ਸਰੀਰਿਕ ਦੁੱਖਾਂ ਨੂੰ ਦੁੱਖ ਮੰਨਿਆ ਹੀ ਨਹੀਂ ਹੈ। ਉਹਨਾਂ ਨੇ ਦੁੱਖ ਕਿਹਨੂੰ ਮੰਨਿਆ? ਜਦੋਂ ਉਹ ਪਰਮਾਤਮਾ ਤੋਂ ਵਿਸਰ ਜਾਂਦੇ ਨੇ। ਤੋ ਗੁਰੂ ਮਹਾਰਾਜ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹੇ ਪਰਮਾਤਮਾ, ਤੂੰ ਆਪਣੇ ਪਿਆਰੇ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਤੂੰ ਸਦਾ ਆਪਣੇ ਬਿਰਦ ਦੀ ਲਾਜ ਰੱਖਣਾ ਹੈ, ਆਪਣੇ ਸੁਭਾਅ ਨੂੰ ਚੇਤੇ ਰੱਖਣਾ ਹੈ, ਤੇ ਸਦਾ ਤੂੰ ਆਪਣੇ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਰੋਜ਼ ਅਰਦਾਸ ਕਰਿਆ ਕਰੋ ਕਿ ਹੇ ਪਰਮਾਤਮਾ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਮੰਗਿਆ ਕਰੋ। ਇਹ ਮੰਗ ਲਿਆ, ਜਿਸ ਦਿਨ ਤੁਹਾਡੇ ਅੰਦਰ ਸਿਮਰਨ ਦੀ ਰੋਂਦ ਚੱਲ ਪਈ, ਉਸ ਦਿਨ ਤੁਹਾਨੂੰ ਵੱਡੇ ਵੱਡੇ ਦੁੱਖ ਵੀ ਆਣਗੇ ਨਾ, ਤੇ ਤਾਂ ਵੀ ਕੁਛ ਨਹੀਂ ਪਏਗਾ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ, ਕਿਉਂਕਿ ਤੁਸੀਂ ਉਹਨਾਂ ਦੁੱਖਾਂ ਨੂੰ ਮੰਨੋਗੇ ਹੀ ਨਹੀਂ। ਗੁਰਬਾਣੀ ਇਹਨਾਂ ਦੁੱਖਾਂ ਨੂੰ ਦੁੱਖ ਨਹੀਂ ਮੰਨਦੀ। ਗੁਰਬਾਣੀ ਉਹਨੂੰ ਦੁੱਖ ਮੰਨਦੀ ਏ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਵਿਛੋੜੇ ਦੇ ਦੁੱਖ ਨੂੰ, ਪਰਮਾਤਮਾ ਤੋਂ ਵਿਸਰਨ ਦੇ ਦੁੱਖ ਨੂੰ ਦੁੱਖ ਮੰਨਦੀ ਹੈ। ਦੇਖੋ, ਜੇ ਝਾਤ ਮਾਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 4 ਲਾਲ ਸ਼ਹਾਦਤ ਦਾ ਜਾਮ ਪੀ ਲਿਆ। ਐਸੀ ਦੁਨੀਆ ਤੇ ਕੋਈ ਮਿਸਾਲ ਨਹੀਂ ਹੋਣੀ ਜਿਹਦੇ 4 ਲਾਲ ਹੋਣ ਤੇ ਆਪ ਸ਼ਹਾਦਤ ਵਾਸਤੇ ਉਹਨਾਂ ਨੂੰ ਭੇਜਦੇ ਹੋਣ। ਦੇਖੋ, ਔਰ ਕਿਸੇ ਨੂੰ ਵੀ ਕਫਨ ਤੱਕ ਨਹੀਂ ਪਾਇਆ। ਇਸ ਤੋਂ ਵੱਡਾ ਦੁੱਖ ਕੀ ਹੋਣਾ? ਸਾਡਾ ਬੱਚਾ ਬਿਮਾਰ ਪੈ ਜਾਏ ਨਾ, ਤੇ ਰਾਤ ਸਾਡੀ ਕੱਢਣੀ ਔਖੀ ਹੋ ਜਾਂਦੀ ਹੈ। ਜਿਹੜਾ ਪਿਤਾ ਆਪਣੇ ਬੱਚਿਆਂ ਨੂੰ ਸ਼ਹਾਦਤ ਹੁੰਦਿਆਂ ਵੇਖ ਕੇ
ਤੇ ਉਸ ਪਰਮਾਤਮਾ ਦਾ ਸ਼ੁਕਰ ਕਹਿ ਰਹੇ ਨੇ ਕਿ ਜਿਸ ਕੀ ਬਸ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ। ਉਸ ਪਿਤਾ ਵਾਸਤੇ ਇਹ ਦੁੱਖ ਨਹੀਂ ਨੇ। ਅਸੀਂ ਵੀ ਬਾਣੀ ਪੜ੍ਹਨੇ ਆ, ਗੁਰੂ ਵੀ ਬਾਣੀ ਪੜ੍ਹਦੇ ਨੇ, ਪਰ ਸਾਡੀ ਬਾਣੀ ਪੜ੍ਹਨ ਵਿੱਚ ਗੁਰੂ ਦੀ ਬਾਣੀ ਪੜ੍ਹਨ ਵਿੱਚ ਫਰਕ ਹੈ। ਗੁਰੂ ਬਾਣੀ ਪੜ੍ਹ ਕੇ ਹਿਰਦੇ ਵਿੱਚ ਵਸਾਉਂਦਾ, ਅਸੀਂ ਬਾਣੀ ਪੜ੍ਹ ਕੇ ਹਿਰਦੇ ਵਿੱਚ ਨਹੀਂ ਵਸਾਉਂਦੇ। ਜਦੋਂ ਹਿਰਦੇ ਵਿੱਚ ਵਸ ਜਾਏਗੀ ਫਿਰ ਉਸ ਵੇਲੇ ਇਤਨੀਆਂ ਵੀ ਔਂਕੜਾਂ ਆਉਣਗੀਆਂ, ਇਸ ਨੇਤਰਾਂ ਦੇ ਵਿੱਚੋਂ ਇੱਕ ਵੀ ਅੰਜੂ ਨਹੀਂ ਡਿੱਗੇਗਾ, ਨੀਰ ਨਹੀਂ ਵਗੇਗਾ। ਉਹ ਸੋਚੇਗਾ ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਕਦੀ ਦੁੱਖ ਨਹੀਂ ਦਿੰਦਾ। ਮੈਂ ਤਾਂ ਇੱਕੋ ਹੀ ਕਹਿਣਾ ਵਾਂ, ਮਹਾਰਾਜ ਕਹਿੰਦੇ ਸਨ ਦੁੱਖ ਮੰਗਿਆ ਕਰੋ, ਆਏਗਾ, ਕੋਈ ਗੱਲ ਨਹੀਂ। ਦੁੱਖ ਸਹਿਣ ਦੀ ਸਾਡੇ ਕੋਲ ਇੱਕ ਸ਼ਮਤਾ ਆ ਜਾਏ। तो महाराज इत्थे कहते ने हाथ दे राखे अपने को सास सास प्रतिपाले। वो परमात्मा अपने बच्चों दे हथ रख के उन्हां दी सास सास प्रतिपालना करता है। असी कदी सोचिया ही नहीं, जिहड़ा साडा श्वास चल रहा है ना, एक एक श्वास दे नाल वो साडी प्रतिपालना कर रहे। असी सो भी जाने ना, सानू नहीं पता लगता, साडे श्वासां दी क्रिया अंदर अंदर चलती रहती है। कौन चला रहा है? वो परमात्मा चला रहे। हाथ रख के मनु किसी ने सवाल किया, बच्ची ने सवाल बड़ा खूब सी कि अंकल जी गल दसो, गुरु शब्द है, गुरु ज्ञान है, गुरु का कोई आकार नहीं है, तो फिर हाथ किवें रखेगा? ध्यान देना साध संगत। गुरु शब्द है, गुरु फिर हाथ किवें रखेगा साडे ते? और गल वो भी ठीक है, क्योंकि गुरु ना ज्ञान है। जपजी साहब रोज़ पढ़ीदा सी, मारे कहंदे ने थापिया ना जाए कीता ना होए, आपे आप निरंजन सोए। वो परमात्मा नूं किसी ने थापिया नहीं है, ना कोई छैनी थोड़ी नाल उन्होंने घड़ के किसी ने बनाया है, क्योंकि उसका रूप ही नहीं है, उसका रंग भी नहीं है, उसका कोई आकार नहीं है, उसका कोई चेहन नहीं है। रूप ना रेख ना रंग किच त्रह गुण ते प्रभ भिन्न, तिसे बुझाए नानका जिस होवे सुप्रसन्न। जाप से रोज पढ़ी दे चक्कर चेन अर बरन जात अर पात ने जे रूप रंग अर रेख भेख को कह न सकत कह। उदा ना रूप है, ना रंग है, ना चक्कर है, ना चैन है, ना कोई जात है, ना कोई वो बिंदी पुत्र है किसी माँ के पेट विचों आया, ना ताते ना मत है, ना जाते ना पत है। वो तो अपने आप विचों प्रगट होया, क्योंकि वो शब्द है। तो शब्द जिहड़ा हुंदा है ओहदा कोई आकार नहीं हुंदा। साडा गुरु शब्द है, गुरु साडा ज्ञान है। कोई पूछे तुहाडे कोलों तुहाडा गुरु कौन है? गुरु गोबिंद सिंह महाराज को पूछा सी तुहाडा गुरु कौन है? तो महाराज ने चौपाई साहब कह दिता ना, आदि अंत एक अवतारा सोई गुरु समझियो हमारा। साडा गुरु ते जिहड़ा आद ते अंत तक, देखो असी सब ने टुर जाना है। जितनियां कुछ चीज़ां तुसी देख रहे हो संसार दे विच, वो सब घट रही ने, नाशवंत ने। अज मैं संस्कृत के श्लोक पढ़ रहा सी जदों सहज पाठ विच, ते कुदरती ये पंक्ति सामने आई, घटंत रूपं घटंत दीपं घटंत रवि ससीर नक्षत्र गगनं घटंत बसूदा गिर धर सी खंडं। महाराज कहते हैं हर चीज़ घट रही है,
रूप घट रहा है, चंद्रमा घट रहा है, तारे घट रहे ने, सूरज घट रहा है, धरती घट रही है। तो महाराज अखीर विच कहते ने नह घटंत, हुण की नहीं घटदा, केवल गोपाल अच्युत अस्थिर नानक साध जन। एक गुरु ते एक परमात्मा वो कदी नहीं घटदा, क्योंकि गुरु शब्द है, शब्द घटदा नहीं। ज्ञान सानू ये ज्ञान हो जाए, जिस दिन सानू ये ज्ञान हो गया, ज्ञान ही गुरु है साडा। और इस ज्ञान दे नाल ही मन नू असी कंट्रोल कर सकते हैं। कुंभे बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान ना होए। गुरु तो बगैर ज्ञान नहीं आना, ते ज्ञान नू द्वारा ही मन नू बज्जिया जा सकता है, होर कोई कारण नहीं। जिस तरह घड़ा पानी तो बगैर नहीं बनता, तो उस घड़े दे विच पानी, फिर पानी बज्जिया रहिंदा है ना, इस तरह ज्ञान का बज्जा मन भी बधिया रहिंदा है। तो गुरु है ज्ञान, तो जिन्हों इस गल का ज्ञान हो जाए, उन्होंने फिर दुख, वो पता है गुरु तो मेरा दुख है, ज्ञान है, तो ज्ञान फिर कभी दुख दिंदा ही नहीं। उन्होंने ज्ञान हो गया गुरु बारे। तो ही गुरु साहब ने कहा सी ना, किसी ने सिद्धा ने पूछा तुहाडा गुरु कौन है, महाराज ने कहा शब्द गुरु सुरत धुन चेला। देखो गुरु नानक पातशाह दे नाल ना मरदाना जी बहुत समा 54 साल रहे ने, काफ़ी समा बीत गया। एक दिन मरदाना कहता है गुरु नानक पातशाह मनु तुसी अज दसो तुसी कौन हो। गुरु नानक पातशाह ना मुस्करा गए। मरदाना कहता मैं तुहाडे कोल सवाल पूछ रहा, मनु ये दसो तुसी कल्याण दास दे पुत्र हो, माता तृप्ता तुहाडी माँ है, कि तुसी बेबे नानकी दे भरा हो या मेरे गुरु हो, तुसी कौन हो। गुरु नानक पातशाह कहते ने मरदानिया इन्ना समा तू मेरे नाल रह गए हैं, तैनूं हले तक पता नहीं लग्या मैं कौन हाँ। नहीं महाराज मनु अज तक नहीं, तुसी किदे हो, तुसी पिता दे पुत्र हो या माँ दे पुत्र हो या भैन दे। देखो कितना सोहना सवाल किया, तुसी कौन हो। ते गुरु नानक पातशाह ने कहा मरदानिया जा एक कमर कस्सा लैके आ। कमर कस्सा परना। मरदाना गया दूजे कमरे विच जाके एक कमर कस्सा लैके आया। तो महाराज गुरु नानक पातशाह कहते ने ये कमर कस्सा ना मेरे कमर ते बन दे ते गठ ला दे। हुण उन्हें कमर कस्सा लिया तो गुरु नानक पातशाह दे पूरे शरीर तो घुमा के जद गठ मारी गठ ते वेख्या कि वह परना पूरा हाथी च है। महाराज ये की है। गुरु नानक पातशाह कहते तेरे सवाल का जवाब है, तेरे सवाल का जवाब है। महाराज मैं समझिया नहीं। महाराज कहते ने मैं शरीर नहीं हाँ, मेरा कोई आकार नहीं है। देखो दुनिया विच बड़िया ने गुरु नानक नूं वेख्या होना है, पर कोई विरला ही पहचान सका होगा कि गुरु नानक कौन ने। 4 बंदियां दा जिक्र ते गुरबाणी विच तुसी पढ़दे ही हो। कोई आखे भूतना, को कहे बेताला, कोई आखे आदमी, नानक बेचारा। कोई तो जिदी सोच है। देखो मेरी सोच माड़ी है तो मैनू माड़ी नज़र आएगा ना। कई गुरु नानक नूं भूत समझ रहे हैं। जदों गुरु नानक उस शब्द की गल, उस ज्ञान की गल करते हैं तो उस वेले की हुंदा है, वो की समझते हैं, वो समझते गुरु नानक भूत है। कोई बेताला समझदा है, ताल बेताल समझते हो ना बई, जड़ा जिहदी ताल दे नाल तालमेल ना बैठे, कोई सुर ताल ना वजे, वो रागी सिंह कोई गा रहा है, उसकी आवाज़ किधर जा रही है, जोड़ी वाले की आवाज़ किधर जा रही है, उन्होंने कहते हैं बेताला, बेसुरा। कईयां ने महाराज नूं बेताला भी कहा है, किसी ने आम आदमी कहा है, किसी ने बेचारा कहा है,
चार तरह के लोग तो कईयां ने गुरु नानक नूं वट्टे भी मारे ने। गुरु नानक नूं ते लखां ने वेख्या है, पर गुरु नानक पातशाह मरदाने नूं कहंदे ने, मरदानिया तू मैनूं पहचानिया नहीं, मैं कोई शरीर नहीं हाँ, मैं ते अकाल पुरख वल्लों भेजिया एक शब्द हाँ। मैं गुरु नानक पातशाह नूं बड़े ध्यान नाल जदों मैं कई बार रीड करना, मैनूं गल बड़ी अजीब शायद तुहानूं भी लगे, मैं कंपेयर नहीं कर रहा। गुरु नानक पातशाह देखो रब दे आप रूप आए ने, रब नूं सारे रब ही कहंदे ने, वाहिगुरू कहीदा ना वाहिगुरू जी। पर मैं गुरु नानक पातशाह तुहानूं कह जदों मैं गुरबाणी विचों तुहानूं तुहाडे दर्शन करना वा शब्द दे विच, तुसीं रब भी हो ते गुरु भी हो। ये दर्जा परमात्मा कोल नहीं है। गुरु परमेश्वर एको जान, वो गुरु भी है ते परमात्मा भी है। तो गुरु शब्द है, शब्द की कदी मौत नहीं होंदी, ये कदी नोट कर लो। जिहदे कोल शब्द का ज्ञान हो गया ना, हुण कबीर साहब को पूछा, कबीर साहब तुहाडे गुरु कौन ने? को कबीर सो गुर में पाया जाका नाउ विवेको, विवेक की है ज्ञान। कहते ने मैं किदे तो पाया? हुण आम तौर पर असीं कह दिंदे हां कबीर साहब दे गुरु रामानंद, नहीं, उन्होंने बाणी विच लिखिया कि मेरा गुरु जिहड़ा है सो मैं गुर में पाया जिसका नाम विवेको, वो ज्ञान है। रब की है? रब ज्ञान है। ये तुसी ज्ञान लै रहे हो, रब ही है। रब कोई आकार रूप विच नहीं है, कोई घाड़त विच नहीं है, रब का कोई रूप नहीं है, रब तो एक शब्द है। तो गुरु नानक पातशाह कहते ने, हे मरदानिया मैं कोई रूप, क्योंकि मारे ने कमर कस्सा जदों ने गठ लाई ना, हुण गठ लाई तो टाइट होनी चाहिए, वो सारा ही कमर कस्सा वो हाथ च आ गया मरदाना जी दे। तो महाराज ने दसिया मैं कोई शरीर नहीं हाँ। जे शरीर होंदे तो करतारपुर महाराज ने जदों शरीर जदों छड्या तो उस वेले महाराज की देह नहीं सी। तो महाराज आप अकाल का रूप धार के परमात्मा का चित किया कि मैं संसार विच आना चाहुंदा, तो उन्होंने गुरु नानक का रूप धार के संसार विच आए। तो गुरु नानक पातशाह ने फिर आके उस शब्द की बख्शिश साडे ते कीती। ते फिर अगों की कह रहे ने, प्रभ स्यों लाग रहे हो मेरा चीत। हुण प्रभु असी समझ गए हाँ, वो वे शब्द, वो वे ज्ञान, वो वे बाणी। बाणी गुरु, गुरु है बाणी, ते प्रभु की है, वो भी बाणी है। वाह वाह बाणी निरंकार है। ये सारी बाणी परमात्मा ही है, और परमात्मा की ज्ञान है, ज्ञान ही परमात्मा है। तो महाराज कहते ने मेरा उहदे नाल चित लग गया है। हुण मेरा किहदे नाल चित लग गया है? किसी रूप दे नाल नहीं, परमात्मा दे ज्ञान दे नाल, परमात्मा दी बाणी दे नाल मेरा चित लग गया है। वो किहड़ा? आद अंत प्रभ सदा सहाई, धन हमारा मीत। वो परमात्मा मैं हुण उहनूं मित्र बना लिया। देखो मित्र नाल बंदा सारियां गल्लां कर लैंदा है। कई गल्लां माता पिता नाल नहीं हुंदियां, कई गल्लां भरा नाल नहीं हुंदियां, पर बंदा अपने मित्र नूं शेयर कर लैंदा है। पर दुनिया दे मित्र एक दिन समा पा के या तो वो चले जाते हैं या असी चले जाना है। पर परमात्मा एक ऐसा मित्र है जिहड़ा साडे पैदा होने तो पहला उदों भी साडा मित्र सी, हुण प्रैजेंट भी है। तो महाराज कहते ने आद अंत, अंत तक। आद एक पंक्ति आती, आद मद अंत प्रभ सोई, नानक तिस बिन अवर ना कोई। हुण साडे जिन्ने भी असी बैठे हाँ, सानू पता है साडा असी माता दे गर्भ विच किवें सी, किसे नहीं पता। 5-6 साल तक तो सानू ये भी नहीं पता संसार विच असी कौन हाँ। रचंत जी रचना मात गर्भ अस्थापनंग, साज साज सिमरत नानक महा अगन ना विनाशनंग। मुख तले पैर उपरे
ਵਸੰਦੋ ਕੁਹਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੀਏ, ਉਧਰੇ ਜਿਸ ਦੇ ਨਾਏ। ਜਦੋਂ ਰਚੰਤ ਜੀ ਰਚਨਾ, ਪਰਮਾਤਮਾ ਨੇ ਰਚਨਾ ਰਚੀ ਨਾ ਜੀ ਦੀ ਇਸ ਦੇਹੀ ਵਾਸਤੇ, ਉਹਨੇ ਮਾਤਾ ਦੇ ਗਰਭ ਵਿੱਚ ਉਹਦੀ ਪੈਦਾਇਸ਼ ਕਰਨੀ ਸ਼ੁਰੂ ਕਰ ਦਿੱਤੀ। ਤੇ ਉੱਥੇ ਉਹ ਜੀਵ ਸਾਡੇ ਵਰਗਾ ਮਾਤਾ ਦੇ ਗਰਭ ਵਿੱਚ ਸਵਾਸ ਨਾਮ ਜਪ ਰਿਹਾ ਸੀ। ਆਦਿ ਵਿੱਚ ਜਦੋਂ ਸਾਨੂੰ ਸਮਝ ਨਹੀਂ ਸੀ, ਮਾਤਾ ਨੂੰ ਹੀ ਨਹੀਂ ਪਤਾ ਅੰਦਰ ਬੱਚੇ ਦੀ ਪ੍ਰਤਿਪਾਲਨਾ ਕੌਣ ਕਰ ਰਿਹਾ ਹੈ। ਦੇਖੋ ਫਿਰ ਮਹਾਰਾਜ ਕਹਿੰਦੇ ਨੇ, ਮੁਖ ਤਲੇ ਪੈਰ ਉੱਪਰੇ, ਵਸੰਦੋ ਕੁਹਥੜੇ ਥਾਏ। ਜਿਸ ਤਰ੍ਹਾਂ ਮਨੁੱਖ ਪੁੱਠਾ ਲਟਕਿਆ ਹੁੰਦਾ ਨਾ ਮਾਂ ਦੇ ਗਰਭ ਵਿੱਚ, ਮੂੰਹ ਥੱਲੇ ਪੈਰ ਉੱਪਰ, ਤੇ ਇੱਕ ਬੇਨਤੀਆਂ ਕਰ ਰਿਹਾ ਹੁੰਦਾ, ਹੈ ਪਰਮਾਤਮਾ ਮੈਨੂੰ ਤੂੰ ਨਰ ਕੁੰਭੀ ਵਿੱਚੋਂ ਕੱਢ, ਮੈਂ ਬਾਹਰ ਆ ਕੇ ਸਵਾਸ ਤੇਰਾ ਨਾਮ ਜਪਾਂਗਾ। ਇਹ ਵਾਅਦਾ ਕਰਦਾ ਹੈ। ਜਦ 9 ਮਹੀਨੇ ਪੁੱਠਾ ਲਟਕਿਆ ਹੋਇਆ ਹੈ ਮਾਤਾ ਦੇ ਗਰਭ ਵਿੱਚ, ਮਾਤਾ ਜੋ ਖਾ ਰਹੀ ਹੈ ਸਾਰਾ ਗੰਦ ਬਲਾ ਉਸ ਬੱਚੇ 'ਤੇ ਪੈ ਰਿਹਾ ਹੈ, ਪਰ ਉਸ ਵੇਲੇ ਪਰਮਾਤਮਾ ਵਿਸਰ ਨਹੀਂ ਰਿਹਾ ਉਹਨੂੰ। ਹੁਣ ਕਈ ਵਾਰੀ ਤੁਸੀਂ ਦੇਖੋ ਕਈ ਸਰੀਰਾਂ ਦੇ ਉੱਤੇ ਤਿਲ ਹੁੰਦੇ ਨੇ। ਇਹ ਪਤਾ ਤਿਲ ਕਦੋਂ ਨੇ? ਇਹ ਤਿਲ ਤਾਂ ਹੁੰਦੇ ਨੇ ਜਦ ਅੰਦਰ ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਨਾ, ਤੇ ਉਹ ਅਗਨੀ ਦਾ ਸੇਕ, ਜਠਰ ਅਗਨੀ ਦਾ ਸੇਕ ਸਾਡੀ ਬੋਡੀ 'ਤੇ ਲੱਗਦਾ ਹੈ। ਦੇਖੋ ਸਾਨੂੰ ਆਦ ਤੋਂ ਉਹਨੇ ਸਾਡੀ ਰੱਖਿਆ ਕੀਤੀ ਹੋਈ ਹੈ, ਨਹੀਂ ਤੇ ਅੰਦਰ ਜੋ ਮਾਤਾ ਖਾ ਰਹੀ ਹੈ ਭਸਮ ਹੋ ਰਿਹਾ ਹੈ। ਮਹਾਰਾਜ ਨੇ ਇੱਥੋਂ ਕਿਹਾ, ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ। ਜਿਹੜੀ ਅਗਨ ਅੰਦਰ ਹੈ ਉਹੀ ਬਾਹਰ ਮਾਇਆ। ਮਤਲਬ ਇਤਨੀ ਜਠਨੀ ਅਗਰ ਇਤਨੀ ਹੈ, ਇਤਨੇ ਡਿਗਰੀ ਟੈਂਪਰੇਚਰ ਹੈ, ਜੋ ਕੁਝ ਖਾਂਦੇ ਆ ਉਹ ਭਸਮ ਹੋ ਜਾਂਦਾ ਹੈ, ਪਰ ਉਸ ਨੰਨੀ ਜੀ ਜਾਨ ਨੂੰ ਕੁਛ ਨਹੀਂ ਹੁੰਦਾ। ਹੁਣੇ ਪੜ੍ਹਿਆ ਨਾ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਜਿੱਥੇ ਤੂੰ ਸਮਰੱਥ ਹੈ ਨਾ ਉੱਥੇ ਕੋਈ ਵੀ ਨਹੀਂ ਹੈ। ਤੂੰ ਸਾਨੂੰ ਆਦ ਤੋਂ ਵੀ ਰੱਖਿਆ ਹੈ, ਹੁਣ ਵੀ ਸੰਸਾਰ ਵਿੱਚ ਮੱਧ ਵਿੱਚ ਵੀ ਰੱਖ ਰਹੇ ਹੈ। ਹਰ ਜਗ੍ਹਾ 'ਤੇ ਤੁਹਾਡੇ ਮਾਤਾ ਪਿਤਾ ਭੈਣ ਭਰਾ ਤੁਹਾਡੇ ਨਾਲ ਨਹੀਂ ਹੋਣਗੇ। ਤੁਸੀਂ ਬਾਹਰ ਕੰਮ 'ਤੇ ਜਾਓਗੇ, ਤੁਸੀਂ ਇਕੱਲੇ ਹੋਵੋਗੇ। ਤੁਸੀਂ ਬਾਹਰ ਟੂਰ 'ਤੇ ਜਾਓਗੇ, ਸਕੂਲ ਜਾਓਗੇ, ਕਿੱਥੇ ਜਾਓਗੇ, ਹਰ ਜਗ੍ਹਾ 'ਤੇ ਤੁਹਾਡੇ ਨਾਲ ਨਾ ਮਾਂ ਹੋਏਗੀ, ਨਾ ਭਰਾ ਹੋਏਗਾ, ਨਾ ਪਿਓ ਹੋਏਗਾ। ਉਸ ਵੇਲੇ ਕੌਣ ਹੁੰਦਾ ਤੁਹਾਡੇ ਨਾਲ? ਉਹ ਪਰਮਾਤਮਾ ਹੁੰਦਾ ਹੈ। ਤੇ ਜਦੋਂ ਸੰਸਾਰ ਵਿੱਚੋਂ ਤੁਸੀਂ ਕੂਚ ਕਰਨਾ ਹੈ, ਉਸ ਵੇਲੇ ਵੀ ਅੰਤ ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਪਰਮਾਤਮਾ ਸਾਡਾ ਮਿੱਤਰ ਹੈ, ਉਹ ਹਰ ਵੇਲੇ ਸਾਡੇ ਨਾਲ ਹੈ। ਤਾਂ ਗੁਰੂ ਸਾਹਿਬ ਫਿਰ ਅੱਗੋਂ ਕਹਿ ਰਹੇ ਨੇ ਕਿ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਰਹਾਓ ਠਹਿਰ ਜਾਓ, ਰੁਕ ਜਾਓ, ਤਾਂ ਕਿ ਇਸ ਪੰਕਤੀ ਨੂੰ ਸਮਝ ਲਈਏ ਕਿ ਮਹਾਰਾਜ ਕਹਿੰਦੇ ਨੇ ਕਿ ਉਹ ਆਦ ਤੋਂ ਅੰਤ ਤੱਕ ਸਾਡੀ ਸਹਾਈ ਰਚਨਾ, ਸਾਡੀ ਹਰ ਤਰ੍ਹਾਂ ਦੀ ਸਾਡੀ ਰੱਖਿਆ ਕਰਦਾ ਹੈ ਪਰਮਾਤਮਾ। ਕਿਉਂਕਿ ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ। ਮਹਾਰਾਜ ਕਹਿੰਦੇ ਮਨ ਬਿਲਾਸ ਹੋ ਗਿਆ। ਮਨ ਦੇ ਨੰਨੇ ਨੂੰ ਸਿਹਾਰੀ ਹੈ। ਮਨ ਦੇ ਵਿੱਚ ਬਿਲਾਸ ਹੁੰਦਾ, ਖੁਸ਼ੀ ਦਾ ਖੇੜਾ। ਭਾਵ ਕਿ ਭਏ ਸਾਹਿਬ ਕੇ, ਉਸ ਮਾਲਿਕ ਦੇ। ਇਹ ਅਚਰਜ, ਇੱਥੇ ਅਚਰਜ ਨਹੀਂ ਪੜ੍ਹਨਾ, ਅਚਰਜ। ਉਹਦੇ ਅਚਰਜ, ਹੈਰਾਨ ਕਰਨ ਵਾਲੇ ਇਹ ਚੋਜ਼ ਜਦ ਮੈਂ ਪੜ੍ਹਨਾ ਵਾਂ, ਦੇਖਣਾ ਵਾਂ, ਤੇ ਹੇ ਪਰਮਾਤਮਾ ਮਨ ਖੇੜੇ ਵਿੱਚ ਆ ਜਾਂਦਾ ਹੈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਫਿਰ ਮੇਰਾ ਚਿੱਤ ਕੀ ਕਰਦਾ, ਮੈਂ ਉਸ ਪਰਮਾਤਮਾ ਨੂੰ ਸਿਮਰਾਂ। ਕਿਉਂ? ਕਿਉਂਕਿ ਪ੍ਰਭ ਪੂਰਨ ਪੈਜ ਰਖਾਈ। ਕਿਉਂਕਿ ਉਸ ਪਰਮਾਤਮਾ ਨੇ ਨਾ ਮੇਰੀ ਪੈਜ ਰੱਖ ਦਿੱਤੀ ਹੈ। ਦੇਖੋ ਹੁਣ ਭਗਤਾਂ ਕੋਲ ਕੀ ਸੀ? ਖਜ਼ਾਨੇ ਹੀ ਸੀ ਨਾ ਨਾਮ ਦੇ। ਉਹ ਸ਼ਬਦ ਦੇ ਨਾਲ ਜੁੜ ਗਏ ਸਨ, ਉਹ ਪ੍ਰਭੂ ਦੇ ਗਿਆਨ ਦੇ ਨਾਲ ਜੁੜ ਗਏ। ਜਿਹਦੇ ਕੋਲ ਗਿਆਨ ਆ ਜਾਏ ਨਾ, ਉਹਨਾਂ ਨੂੰ ਫਿਰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੇ ਦੁਨਿਆਵੀ ਦੁੱਖ ਨੇ ਨਾ, ਇਹ ਮਨੂੰ ਅਸਰ ਨਹੀਂ ਕਰ ਸਕਦੇ, ਕਿਉਂਕਿ ਇਹ ਗਿਆਨ ਹੀ ਤੇ ਹੈ। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ, ਸਾਨੂੰ ਇਹ ਦੁੱਖ ਨਜ਼ਰ ਆਉਂਦੇ ਨੇ। ਪਰ ਜਦੋਂ ਸਾਨੂੰ ਪਰਮਾਤਮਾ ਦੇ ਇਹ ਚੋਜ ਪਤਾ ਲੱਗ ਜਾਂਦੇ ਨੇ, ਤੇ ਉਹ ਫਿਰ ਕਹਿੰਦੇ ਨੇ ਕੇਤੀਆਂ ਧੂਪ ਭੂ ਸਦਮਾਰ, ਇਹ ਬੇ ਦਾਤ ਤੇਰੀ ਦਾਤਾਰ। ਇਹ ਵੀ ਤੇਰੀ ਦਾਤ ਹੀ ਹੈ। ਉਹ ਖਿੜੇ ਮੱਥੇ ਲੈਂਦੇ ਨੇ। ਜਿਸ ਭਗਤਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਸੀ, ਪਰ ਜਦੋਂ ਉਹਨਾਂ ਨੇ ਨਾਮ ਜਪਿਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ।
आड़ दाम को छीपरो होयो लाखीना। नामदेव ਜਿਹੜੇ ਜਿਹਦਾ ਮੁੱਲ ਕੋਡੀ ਦਾ ਵੀ ਨਹੀਂ ਸੀ, ਛਿਪਾ ਨੀਵੀਂ ਜਾਤ ਦੇ ਰੰਗਾਈ ਕਰਨ ਵਾਲਾ, ਛਾਪੇ ਲਗਾਉਣ ਵਾਲਾ, ਜਿਹਨੂੰ ਕੋਡੀ ਦਾ ਵੀ ਨਹੀਂ ਉਹਦੀ ਦਮ ਪੈਂਦਾ ਸੀ, ਭਾਵ ਕਿ ਉਹ ਕਹਿੰਦੇ ਸਨ ਕੋਡੀ ਦਾ ਨਹੀਂ ਹੈ। ਪਰ ਜਦੋਂ ਉਹ ਨਾਮ ਜਪ ਲਿਆ ਉਸਨੇ, ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ, ਲੱਖਾਂ ਦਾ ਹੋ ਗਿਆ, ਕਿਉਂਕਿ ਉਹਨੇ ਗੁਰੂ ਦੇ ਸ਼ਬਦ, ਗੁਰੂ ਦੇ ਗਿਆਨ ਨੂੰ ਹਿਰਦੇ ਵਿੱਚ ਵਸਾ ਲਿਆ। ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਜੋਲਾ ਹਰਾ ਭਇਓ ਗੁਣੀ ਗਹੀਰਾ। ਗੱਡੀਆਂ ਬੁੰਨਣ ਵਾਲਾ ਜੋ ਭਗਤ ਕਬੀਰ, ਨੀਵੀਂ ਜਾਤ ਦਾ, ਜਿਹਨੂੰ ਕੋਈ ਵੱਡੀ ਜਾਤ ਦਾ ਮੂੰਹ ਨਹੀਂ ਲਾਉਂਦਾ ਸੀ, ਪਰ ਜਦੋਂ ਪਰਮਾਤਮਾ ਦਾ ਉਸਨੇ ਨਾਮ ਜਪਿਆ ਕਬੀਰ ਨੇ, ਤੇ ਉਹ ਵੀ ਫਿਰ ਭਇਓ ਗੁਣੀ ਗਹੀਰਾ, ਗੁਣਾ ਦਾ ਖਜ਼ਾਨਾ ਉਹਦੇ ਕੋਲ ਆ ਗਿਆ। ਕਿਉਂਕਿ ਜਦੋਂ ਤੁਸੀਂ ਇਹ ਧਨ ਇਕੱਠਾ ਕਰਦੇ ਹੋ ਨਾ, ਉਸ ਵੇਲੇ ਸਮਝੋ ਤੁਸੀਂ ਇਸ ਘਰ ਦੇ ਮਾਲਕ ਬਣੀ ਜਾ ਰਹੇ ਹੋ। ਦੇਖੋ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨ ਆਵੇ ਜਾਏ। ਸੱਚਾ ਧਨ ਹੈ ਉਹ ਗੁਰੂ ਦੀ ਮੱਤ ਦੇ ਨਾਲ ਮਿਲਦਾ ਹੈ, ਔਰ ਤੁਹਾਨੂੰ ਕਿੰਨਾ ਮਾਣ ਮਿਲਦਾ ਹੈ। ਇਹ ਦੇਖੋ, ਉਸ ਵੇਲੇ ਭਗਤ ਕਬੀਰ ਜੀ ਦੇ, ਨਾਮਦੇਵ ਜੀ ਦੇ ਸਮੇਂ ਕਿਤਨੇ ਰਾਜੇ ਹੋਏ ਹੋਣਗੇ, ਪਰ ਕਿਸੇ ਦਾ ਨਾਮ ਯਾਦ ਹੈ? ਕਿਸੇ ਦਾ ਨਾਮ ਯਾਦ ਨਹੀਂ। ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਨਕਮਸਤਕ ਹੁੰਦੇ ਹੋ, ਤੇ ਉਸ ਵੇਲੇ ਤੁਸੀਂ ਕਬੀਰ ਸਾਹਿਬ ਨੂੰ ਵੀ ਹੁੰਦੇ ਹੋ, ਇਹ ਨੀਵੀਂ ਜਾਤਾਂ ਵਾਲੇ ਨਾਮਦੇਵ ਜੀ ਨੂੰ ਵੀ ਹੁੰਦੇ ਹੋ। ਤੇ ਅੱਗੋ ਦਾਸ ਕਹਿੰਦੇ, ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਜਦੋਂ ਉਹਨਾਂ ਨੇ ਮਾਇਆ ਦੀ ਪਕੜ ਛੱਡ ਦਿੱਤੀ, ਰਵਿਦਾਸ ਜੁੱਤੀਆਂ ਗੰਢਣ ਵਾਲਾ ਇੱਕ ਚਮਾਰ, ਜਦੋਂ ਉਹਨੇ ਇਸ ਪਕੜ ਮਾਇਆ ਦੀ ਛੱਡ ਦਿੱਤੀ, ਮਾਇਆ ਨਹੀਂ ਛੱਡੀ, ਮਾਇਆ ਦੀ ਪਕੜ ਛੱਡ ਦਿੱਤੀ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹਨੂੰ ਸਾਧ ਸੰਗਤ ਵਿੱਚੋਂ ਉਸ ਪਰਮਾਤਮਾ ਦੇ ਸ਼ਬਦ ਰੂਪੀ ਦਰਸ਼ਨ ਹੋ ਗਏ। ਦੇਖੋ, ਇੱਕ ਵਾਰੀ ਜਦੋਂ ਜੁੱਤੀਆਂ ਗੰਢ ਰਹੇ ਸਨ ਨਾ ਰਵਿਦਾਸ ਜੀ, ਤੇ ਇੱਕ ਸ਼ਾਹੂਕਾਰ ਆਇਆ, ਉਹਨੇ ਵੇਖਿਆ ਭਗਤ ਜੀ ਨਾਲ ਪਿਆਰ ਸੀ, ਤੇ ਉਹਨੇ ਬਹੁਤ ਕੀਮਤੀ ਲਾਲ ਹੀਰਾ ਨਾ ਉਹਨਾਂ ਨੂੰ ਦੇ ਦਿੱਤਾ ਕਿ ਭਗਤ ਜੀ ਇਹ ਲੈ ਲਓ, ਤੇ ਇਹਦੇ ਨਾਲ ਤੁਹਾਡੀ ਬਹੁਤ ਕੀਮਤੀ ਹੀਰਾ ਹੈ, ਤੁਹਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ। ਪਰ ਭਗਤ ਰਵਿਦਾਸ ਜੀ ਸਨ, ਉਹਨਾਂ ਬੜੀ ਉੱਚੀ ਅਵਸਥਾ ਸੀ, ਉਹ ਰੱਖ ਕੇ ਚਲਾ ਗਿਆ। ਕੁਝ ਸਮਾਂ ਲੇਟ ਬਾਅਦ ਆਇਆ, ਫਿਰ ਵੇਖਿਆ ਭਗਤ ਰਵਿਦਾਸ ਜੀ ਉੱਥੇ ਹੀ ਜੁੱਤੀਆਂ ਗੰਢ ਰਹੇ ਨੇ। ਤੇ ਸ਼ਾਹੂਕਾਰ ਕਹਿੰਦਾ, ਕੀ ਗੱਲ ਭਗਤ ਜੀ, ਤੁਸੀਂ ਹੀਰੇ ਦਾ ਇਸਤੇਮਾਲ ਨਹੀਂ ਕੀਤਾ? ਮੈਂ ਤਾਂ ਕਿਹਾ ਹੀਰਾ ਵੇਚ ਕੇ ਤੁਸੀਂ ਵੱਡੀ ਸਾਰੀ ਕੋਠੀ ਪਾ ਲਈ ਹੋਏਗੀ, ਬਹੁਤ ਸੋਹਣਾ ਘਰ ਬਣਾ ਲਿਆ ਹੋਏਗਾ, ਠਾਠ ਬਾਠ ਰੱਖੀ ਹੋਏਗੀ, ਤੋ ਹੀਰਾ ਕਿੱਥੇ ਵੇ? ਤੇ ਉਹ ਕੋਲ ਜੁੱਤੀਆਂ ਗੁੰਡਣ ਵਾਲਾ ਜਿਹੜਾ ਕਟੋਰਾ ਸੀ ਜਿਹਦੇ ਪਾਣੀ ਸੀ, ਕਹਿੰਦੇ ਮੈਂ ਤਾਂ ਇਹਦੇ ਵਿੱਚ ਹੀ ਰੱਖਿਆ ਹੋਇਆ ਹੈ। ਉਹ ਤੇ ਫਿਰ ਕੰਚਨ ਮਾਟੀ ਮਾਨੇ, ਉਹ ਤੇ ਹੀਰੇ ਸੋਨਾ ਇੱਕੋ ਬਰਾਬਰ ਸਮਝਦੇ ਨੇ, ਕਿਉਂਕਿ ਉਹਨਾਂ ਦੀ ਪਕੜ ਮਾਇਆ ਤੋਂ ਪਿੱਛੇ ਹੋ ਜਾਂਦੀ, ਦੂਰ ਹੋ ਜਾਂਦੀ ਹੈ। ਪ੍ਰਗਟ ਹੋਆ ਸਾਧ ਸੰਗਤ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆਂ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਸੈਨ ਨਾਈ ਜੋ ਘਰਾਂ ਵਿੱਚ ਜਾ ਕੇ ਬੁੱਤਾਂ ਕਰਨੀਆਂ, ਮੁੱਠੀ ਚਾਪੀ ਕਰਨੀ, ਮਾਲਿਸ਼ ਕਰਨੀ, ਪਰ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਗਏ, ਤੇ ਫਿਰ ਉਸ ਪਰਮਾਤਮਾ ਨੇ ਉਹਨਾਂ ਦੇ ਉੱਤੇ ਇਤਨੀ ਕਿਰਪਾ ਕਰ ਦਿੱਤੀ, ਵੱਡੇ ਵੱਡੇ ਭਗਤ ਲੋਕ ਦੇ ਉਹਦੇ ਵਿੱਚ ਉਹਦਾ ਨਾਮ ਹੋ ਗਿਆ। ਤੋ ਇਹ ਚਾਰੇ ਭਗਤਾਂ ਨੂੰ ਵੇਖ ਕੇ ਧੰਨਾ ਜੱਟ ਸੀ, ਉਹਦੇ ਮਨ ਵਿੱਚ ਵੀ ਆਇਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੈਂ ਵੀ ਕਿਉਂ ਨਾ ਭਗਤ ਬੰਨਾ। ਇਸ ਵਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਉਹਨੂੰ ਵੀ ਇੱਕ ਚਾਅ ਚੜਿਆ ਕਿ ਜੇ ਇਹ ਚਾਰੋਂ ਨੀਵੀਂ ਜਾਤਾਂ ਦੇ ਹੋ ਕੇ ਨਾਮ ਜਪ ਕੇ ਉਸ ਪਰਮਾਤਮਾ ਦੇ ਘਰ ਤੱਕ ਪਹੁੰਚ ਗਏ ਨੇ, ਤੇ ਕਿਉਂ ਨਹੀਂ ਮੈਂ ਵੀ ਪਹੁੰਚ ਸਕਦਾ। ਤੇ ਇਹ ਵਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪਰਤਖ ਗੁਸਾਈਆਂ ਧੰਨਾ ਵੱਡ ਭਾਗਾ। ਉਹਨੂੰ ਵੀ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਹੋ ਗਏ। ਤੋ ਗੁਰੂ ਮਹਾਰਾਜ ਸਾਨੂੰ ਅੱਜ ਇਹੀ ਕਹਿ ਰਹੇ ਨੇ ਕਿ ਉਹ ਪਰਮਾਤਮਾ ਤੁਹਾਡੀ ਹਰ ਸਵਾਸ ਸਵਾਸ 'ਤੇ ਤੁਹਾਡੇ ਨਾਲ ਹੈ, ਪਰ ਬੇਸ਼ਰਤ ਹੈ ਕਿ ਉਸ ਦੇ ਗਿਆਨ ਨੂੰ ਅਸੀਂ ਪ੍ਰਾਪਤ ਕਰੀਏ। ਉਹ ਸਾਨੂੰ ਹਰ ਇੱਕ ਸਵਾਸ ਦੇ ਅੰਦਰ ਸਾਡੇ ਨਾਲ ਸਾਡੀ ਪ੍ਰਤਪਾਲਨਾ ਕਰ ਰਿਹਾ ਹੈ।
हर सिमर सिमर आनंद कर नानक प्रभ पूਰਨ ਪੈਜ ਰਖਾਈ। ਸਾਡੀ ਹਰ ਤਰ੍ਹਾਂ ਦੀ ਇੱਜ਼ਤ ਵੀ ਉਹ ਰੱਖਦਾ ਹੈ, ਸੰਸਾਰ ਵਿੱਚ ਸਾਨੂੰ ਮਾਣ ਵੀ ਦਿਵਾਉਂਦਾ ਹੈ। ਪਰ ਇਹ ਵੇ ਕਿ ਅਸੀਂ ਦੁੱਖ ਨੂੰ ਉਹ ਦੁੱਖ ਨਾ ਸਮਝੀਏ। ਦੁੱਖ ਉਹ ਵੇ ਜਦੋਂ ਅਸੀਂ ਪਰਮਾਤਮਾ ਤੋਂ ਵਿਸਰ ਜਾਂਦੇ ਹਾਂ। ਤਾਂ ਗੁਰੂ ਮਹਾਰਾਜ ਇਸ ਗੱਲ ਤੋਂ ਸਾਨੂੰ ਅੱਜ ਬਾਰ-ਬਾਰ ਇਹ ਸਮਝਾ ਰਹੇ ਨੇ ਕਿ ਪਰਮਾਤਮਾ ਦਾ ਦੁੱਖ ਉਦੋਂ ਆਉਂਦਾ ਹੈ, ਦੁੱਖ ਤਦੇ ਜਾਂ ਵਿਸਰ ਜਾਏ। ਜਦੋਂ ਪਰਮਾਤਮਾ ਵਿਸਰ ਜਾਂਦਾ ਹੈ ਤਦੋਂ ਦੁੱਖ ਆਉਂਦੇ ਹਨ। ਤਾਂ ਗੁਰੂ ਕੋਲੋਂ ਆ ਕੇ ਅਸੀਂ ਉਹ ਦਾਤ ਮੰਗੀਏ। ਦੁਨਿਆਵੀ ਦਾਤਾਂ ਮੰਗਦੇ ਮੰਗਦੇ ਸਮੇਂ ਹੋ ਗਏ ਹਨ। ਮਹਾਰਾਜ ਹੁਣ ਤੇ ਇਹੀ ਦਾਤ ਦਿਓ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਦਾਤ ਮੈਂ ਤੇਰੇ ਕੋਲ ਅੱਜ ਮੰਗਣ ਆਇਆ ਵਾਂ। ਮੇਰੀ ਝੋਲੀ ਵਿੱਚ ਇਹ ਨਾਮ ਦੀ ਦਾਤ ਪਾ, ਤਾਂ ਕਿ ਜਿੱਥੇ ਤੂੰ ਥੋੜ੍ਹਾ ਸਮਾਂ ਆਪਣੇ ਭਗਤੀ ਵਾਸਤੇ ਲਗਾਉਣਾ ਹੈ, ਅੱਜ ਮੈਂ ਤੇਰੇ ਕੋਲ ਇੱਕ ਭਿਖਾਰੀ ਬਣ ਕੇ, ਇੱਕ ਮੰਗਤਾ ਬਣ ਕੇ, ਇੱਕ ਗੋਲਾ ਬਣ ਕੇ ਤੇਰੇ ਕੋਲ ਅੱਜ ਇਹ ਅਰਜ਼ ਕਰਨ ਆਇਆ ਵਾਂ ਕਿ ਮੇਰੀ ਝੋਲੀ ਵਿੱਚ ਸਵਾਸ ਸਵਾਸ ਜਪਣ ਦੀ ਖੈਰ ਪਾ ਦੇ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਇਸ ਤਰ੍ਹਾਂ ਦੀ ਪੁਕਾਰ ਕਰੇਗਾ ਫਿਰ ਕੀ ਕਰੇਗਾ? ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਉਹ ਫਿਰ ਤੇਰੀ ਹਰ ਸਵਾਸ ਤੇ ਤੇਰੀ ਰੱਖਿਆ ਕਰੇਗਾ। ਫਿਰ ਦੁਨੀਆ ਵਿੱਚ ਇਹ ਨਹੀਂ ਕਿ ਭਗਤਾਂ ਨੂੰ ਦੁੱਖ ਨਹੀਂ ਆਏ, ਭਗਤਾਂ ਨੂੰ ਸਾਡੇ ਤੋਂ ਬਹੁਤ ਜ਼ਿਆਦਾ ਦੁੱਖ ਆਏ ਨੇ। ਭਗਤ ਕਬੀਰ ਜੀ ਨੂੰ ਘੱਟ ਦੁੱਖ ਆਏ ਨੇ, ਉਹਨਾਂ ਨੂੰ ਤੇ ਹਾਥੀ ਦੇ ਅੱਗੇ ਵੀ ਪਾ ਦਿੱਤਾ ਸੀ। ਹੋਰ ਜਿੰਨੇ ਵੀ ਭਗਤ ਹੋਏ ਨੇ ਸਾਰੀਆਂ ਗੱਲਾਂ ਛੱਡੋ। ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਈ ਦੇ ਅੰਦਰ ਕਿਤਨੇ ਦੁੱਖ ਲੋਕਾਂ ਨੇ, ਉਹ ਮੁਗਲ ਦੇ ਰਾਜਿਆਂ ਨੇ ਦੇਣ ਦੀ ਕੋਸ਼ਿਸ਼ ਵੀ ਕੀਤੀ, ਪਰ ਜਿਹਨੂੰ ਸ਼ਬਦ ਦਾ ਗਿਆਨ ਹੈ, ਜਿਹੜਾ ਪਰਮਾਤਮਾ ਨਾਲ ਇੱਕਮਿਕ ਹੋਇਆ ਪਿਆ ਹੈ, ਉਹਨਾਂ ਨੂੰ ਇਹ ਚੀਜ਼ਾਂ ਦਾ ਕੁਛ ਨਹੀਂ, ਕਿਉਂਕਿ ਉਹ ਦੁੱਖ ਇਹਨੂੰ ਸਮਝਦੇ ਹੀ ਨਹੀਂ ਨੇ। ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹ ਸਮਝਦਾ ਇਹਦੇ ਵਿੱਚ ਹੀ ਪਰਮ ਸੁੱਖ ਹੈ। ਤਾਂ ਇਹੀ ਪਰਮ ਸੁੱਖ ਸਤਿਗੁਰੂ ਅੱਜ ਸਾਡੇ ਵਾਸਤੇ ਬੇਨਤੀ ਕਰ ਰਹੇ ਨੇ ਕਿ ਹੇ ਪਰਮਾਤਮਾ, ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਜਿਹੜਾ ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹਨੂੰ ਅਸੀਂ ਮਿੱਤਰ ਬਣਾਈਏ। ਦੇਖੋ ਗੁਰੂ ਸਾਹਿਬ ਦਾ ਪਿਆਰ ਹੈ। ਕਦੀ ਮੈਂ ਅਕਸਰ ਬੇਨਤੀ ਕਰਨਾ ਕਿ ਮਿੱਤਰ ਰੱਬ ਨੂੰ ਕਹਿਣਾ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ ਮਿੱਤਰ ਤਾਂ ਉਹੀ ਹੁੰਦਾ ਹੈ ਜਿਹਦੇ ਨਾਲ ਅਸੀਂ ਸਮਾਂ ਸਪੈਂਡ ਕਰੀਏ। ਜਿਹਦੇ ਨਾਲ ਮਿੱਤਰ ਸੋਹਣਾ ਤੇ ਉਹੀ ਹੈ ਨਾ ਕਿ ਉਹਦੀ ਮੈਂ ਹਰ ਐਕਟੀਵਿਟੀ ਨੂੰ ਮੈਂ ਜਾਣਨਾ ਵਾਂ, ਉਹ ਮਿੱਤਰ ਬਣ ਜਾਂਦਾ। ਕਿਉਂਕਿ ਬਿਨਾਂ ਆਪਸ ਵਿੱਚ ਸਮਝੇ ਮਿੱਤਰ ਨਹੀਂ ਬਣਦੇ ਕੋਈ। ਜਦੋਂ ਪਰਮਾਤਮਾ ਦੀਆਂ ਮੈਂ ਗੱਲਾਂ ਸੁਣਨਾ, ਸਤ ਸੰਗਤ ਵਿੱਚ ਆ ਕੇ ਪਰਮਾਤਮਾ ਬਾਰੇ ਸੁਣਨਾ, ਤੇ ਮੈਂ ਕਹਿੰਦਾ ਅਰੇ ਦੁਨੀਆ ਦੇ ਮਿੱਤਰ ਤੇ ਜਗਤ ਮੇਂ ਝੂਠੀ ਦੇਖੀ ਪ੍ਰੀਤ, ਪਰ ਹੇ ਪਰਮਾਤਮਾ ਮੈਂ ਤੇ ਭੁੱਲ ਹੀ ਗਿਆ ਸੀ, ਮੈਂ ਤੇ ਤੈਨੂੰ ਮਿੱਤਰ ਬਣਾਉਣਾ ਸੀ। ਤੂੰ ਜਿਹੜਾ ਆਦ ਅੰਤ ਤੋਂ ਲੈ ਕੇ ਸਦਾ ਸਹਾਈ ਹੋਣਾ ਵੇ। ਸਤਿਗੁਰ ਸਿੱਕਾ ਹਾਲਤ ਪਲਤ ਸਵਾਰੇ। ਗੁਰੂ ਸਾਹਿਬ ਤੁਸੀਂ ਤੇ, ਮੈਂ ਤੁਹਾਨੂੰ ਕਿਉਂ ਨਹੀਂ ਮਿੱਤਰ ਬਣਾਇਆ? ਜਦੋਂ ਮੈਂ ਤੁਹਾਨੂੰ ਮਿੱਤਰ ਬਣਾਇਆ ਤੇ ਮੈਨੂੰ ਸਾਰੇ ਰਿਸ਼ਤੇ ਆਪਣੇ ਹੀ ਲੱਗਣ ਲੱਗ ਪਏ, ਪਰ ਤੇਰੇ ਵਰਗਾ ਮਿੱਤਰ ਮੈਨੂੰ ਸੰਸਾਰ ਵਿੱਚ ਨਹੀਂ ਮਿਲਿਆ। ਦੇਖੋ ਰੱਬ ਨਾਲ ਇੰਨਾ ਪਿਆਰ ਹੋ ਗਿਆ, ਕਈ ਜਗ੍ਹਾ ਤੇ ਗੁਰੂ ਮਹਾਰਾਜ ਨੇ ਤੂੰ ਕਹਿ ਕੇ ਵੀ ਕਹਿ ਦਿੱਤਾ। ਦੇਖੋ ਤੂੰ ਕਦੋਂ ਕਿਹਾ ਜਾਂਦਾ ਹੈ? ਮਿੱਤਰ ਨੂੰ ਕੋਈ ਨਹੀਂ, ਵੈਸੇ ਕੋਈ ਮੈਂ ਤੁਹਾਨੂੰ ਮਿਲਾਂ ਤੁਸੀਂ ਮੈਨੂੰ ਮਿਲੋ, ਮੈਂ ਤੁਹਾਨੂੰ ਤੂੰ ਨਹੀਂ ਕਹਿ ਸਕਦੇ, ਤੁਸੀਂ ਮੈਨੂੰ ਨਹੀਂ ਕਹਿ ਸਕਦੇ। ਪਰ ਜਦੋਂ ਬਹੁਤ ਜ਼ਿਆਦਾ ਨੇੜਤਾ ਹੋ ਜਾਏ, ਆਪਸ ਵਿੱਚ ਮੇਲ ਮਿਲਾਪ ਹੋ ਜਾਏ, ਤੇ ਬੰਦੇ ਕੋਲੋਂ ਫਿਰ ਤੂੰ ਤੱਕ ਆ ਜਾਂਦਾ। ਇਹ ਪ੍ਰੇਮ ਦੀ ਨਿਸ਼ਾਨੀ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿੰਦੇ ਤੂੰ ਮੇਰਾ ਪਿਤਾ। ਹੁਣ ਦੇਖੋ ਤੂੰ ਪਰਮਾਤਮਾ ਨੂੰ ਤੂੰ ਕਹਿ ਰਿਹਾ, ਇੰਨੀ ਵੱਡੀ ਗੱਲ ਪਰਮਾਤਮਾ ਨੂੰ ਤੂੰ ਕਹਿ ਰਹੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹੇ ਪਰਮਾਤਮਾ ਤੂੰ ਮੇਰਾ ਪਿਤਾ ਹੈ। ਹੁਣ ਮੈਂ ਕਿਸੇ ਨੂੰ ਤੂੰ ਕਹਿ ਦਾਂ, ਉਹ ਤੇ ਲੜਨ ਨੂੰ ਪੈ ਜਾਏਗਾ। ਪਰ ਜਦੋਂ ਨੇੜਤਾ ਹੋ ਜਾਂਦੀ ਹੈ, ਮਿੱਤਰਤਾਈ ਹੋ ਜਾਂਦੀ ਹੈ, ਉਦੋਂ ਮਾਰੇ ਤੇ ਇਹ ਵੀ ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ। ਯਾਰ ਬਣਾ ਲਿਆ, ਸੁਣ ਯਾਰ ਹਮਾਰੇ ਸੱਜਣ, ਕਿੰਨਾ ਵਧੀਆ ਦੇਖੋ ਅੱਖਰ ਮਾਰੇ ਨੇ ਯਾਰ ਬਣਾ ਕੇ। ਤਾਂ ਯਾਰ ਉਹਨੂੰ ਬਣਾਇਆ ਜਾਂਦਾ ਹੈ ਜਦੋਂ ਯਾਰ ਬਾਰੇ ਪਤਾ ਲੱਗੇ। ਤੇ ਇਤਨੀਆਂ ਕਥਾ ਕਹਾਣੀਆਂ ਸੁਣਨ ਬਾਅਦ ਅਸੀਂ ਕਦੀ ਉਹਨੂੰ ਮਿੱਤਰ ਨਹੀਂ ਬਣਾਇਆ। ਦੁਨੀਆ ਦੇ ਮਿੱਤਰ ਸਮਾਂ ਪਾ ਕੇ ਧੋਖੇ ਵੀ ਦੇ ਜਾਂਦੇ ਨੇ। ਮੈਂ ਅਕਸਰ ਸੁਣਨ ਵਿੱਚ ਵੀ ਆਇਆ ਕਿ ਉਹ ਮੈਨੂੰ ਇੰਨਾ ਪੁਰਾਣਾ ਮਿੱਤਰ ਸੀ, ਪਰ ਉਹਨੇ ਐਸੀ ਗੱਲ ਕਹੀ ਮੇਰੀ ਮਿੱਤਰਤਾ ਹੀ ਟੁੱਟ ਗਈ। ਪਰ ਪਰਮਾਤਮਾ ਨਾਲ ਤੂੰ ਮਿੱਤਰਤਾ ਪਾ ਕੇ ਵੇਖ, ਉਹ ਤੇ ਤੇਰੇ ਫਿਰ ਹਰ ਵੇਲੇ ਤੇਰੇ ਨਾਲ ਹੋਏਗਾ। ਉਹ ਤੇ ਫਿਰ ਮਾਰੇ ਕਹਿੰਦੇ ਨੇ ਆਦ ਅੰਤ ਪ੍ਰਭ ਸਦਾ ਸਹਾਈ, ਸਦਾ ਹੀ, ਐਵਰੀ ਟਾਈਮ। ਇਹ ਨਹੀਂ
कि हुण है वे तो शाम नूं नहीं है। दुनिया का कोई भी मित्र तुहाडे नाल 24 आवर्स परमानेंट नहीं रह सकता, पर परमात्मा एक ऐसा मित्र है, वो सदा ही तुहाडे नाल रहेगा। गुरु मेरे संग सदा है नाले, करना की है सिमर सिमर ते सदा संभाले। वो साडे कोल है, उदों ही असीं याद करिए, उहदे कोल बह के उहदे गुण गाइए। ते जदों जदों साडी मित्र जदों तुसीं संगत करदे हो ना, ये गुरु नाल मित्रता बना रहे हो, तो ज्यों ज्यों साडी मित्रता बनेगी वधेगी, तुहानूं देखना अज तुहाडे जीवन विच कुछ होर रंग होएगा, कल होर होएगा, परसों होर होएगा। क्यों? क्योंकि तुहाडा मित्र कौन है? रब है। तो रब दे नाल जिहदी मित्रता ही हो जाए, फिर तो प्यार विच ते पुत्तर फिर सारी जायदाद ही लै जांदा है। फिर प्यो कहंदा जो कुछ है तेरा ही है। तो इस करके जदों रब दे बन जांगे, हर खुशी परमात्मा लोक दी परलोक दी सानू मंगनी नहीं पेगी, क्योंकि मित्र फिर आप ही त्रुट के दे दिंदा है। तो गुरु महाराज ने अज इस शब्द दे विच यही समझाउण दा यतन कीता है भाई, कि वो परमात्मा जिहड़ा सदा ही नाल है, उहनूं सदा सदा सिमर। वो अरदास भी सतगुरु यही कर रहे हैं कि वो फिर अपने प्यारिਆਂ ਨੂੰ औखी घड़ी नहीं देखण दिंदा। वो फिर परमात्मा उसनूं अपने बिरद उन्होंने अपने सुभाव चेते हुंदा है कि मैं अपने सेवक की आपे राखे, आपे नाम जपावे। जय जय काज कीरत सेवक की, तहाँ तहाँ उठतावे। सेवक को निकटी होए दिखावे। वो सेवक नूं बिल्कुल निकट होकर दिखा दिंदा है, ये परमात्मा तू दूर नहीं। तो दुनिया के मित्र असी हुण बहुत बना ले ने। असी हुण अज तो परमात्मा असी तैनूं मित्र बनावांगे, तू साडा मित्र बन जा। मैनूं इन्ना पता है जे तू मित्र होएगा, फिर सानूं किसी गल दी संसार विच की परलोक विच ही तोट नहीं आएगी। इतनी कुछ सेवा प्रवान करनी। भुलां बेअंत होईयां ने, उदास दियां ने। बचन गुरु दा जान के हिरदे विच वसाओ। सारे माई भाई असीस दवो। वाहिगुरू जी का खालसा, वाहिगुरू जी की फतेह।